ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਸਾਡੇ ਦੇਸੀਆਂ ਦੇ ਜਿਹੜੇ ਖਾਣੇ ਆ ਨਾ, ਉਹ ਬੜੀ ਦੇਰ ਨਾਲ ਪੱਕਦੇ ਆ, ਉਹ ਬੜਾ ਟਾਈਮ ਲੈਂਦੇ ਆ ਤੇ ਜਿਹਦੀ ਵਜ੍ਹਾ ਤੋਂ ਸਾਡੀ ਬਿਜਲੀ ਵੀ ਜ਼ਿਆਦਾ ਲੱਗਦੀ ਹੈ ਤੇ ਸਾਨੂੰ ਗੈਸ ਦੀ ਵੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਅਗਰ ਜਰਮਨੀ 'ਚ ਰਹਿੰਦੇ ਹੋਇਆਂ ਤੁਸੀਂ ਬਿਜਲੀ ਤੇ ਗੈਸ ਦੇ ਬਿੱਲਾਂ ਦਾ ਖਰਚਾ ਘੱਟ ਕਰਨਾ ਚਾਹੁੰਦੇ ਜੋ, ਸਾਲ ਦੇ ਵਿੱਚ 1000 ਯੂਰੋ ਤੋਂ ਲੈ ਕੇ 2000 ਯੂਰੋ ਦੀ ਬਚਤ ਕਰਨਾ ਚਾਹੁੰਦੇ ਜੋ, ਤੇ ਆਹ ਵੀਡੀਓ ਤੁਹਾਡੇ ਵਾਸਤੇ ਲਈ ਹੈ। ਇਹ ਸਾਰੀਆਂ ਫੈਮਲੀਜ਼ ਜਿਹੜੀਆਂ ਜਰਮਨੀ 'ਚ ਰਹਿੰਦੀਆਂ ਵਾ, ਜਿਹੜੇ ਆਪਣੇ ਘਰਾਂ ਨੂੰ ਕਾਲਟ ਮੀਟਰ 'ਚ ਲੈਂਦੇ ਆ ਤੇ ਬਾਅਦ 'ਚ ਬਿਜਲੀ ਔਰ ਗੈਸ ਦਾ ਅਲੱਗ ਖਰਚਾ ਪੇ ਕਰਦੇ, ਇਹ ਉਹਨਾਂ ਵਾਸਤੇ ਖਾਸ ਤੌਰ 'ਤੇ ਆ। ਹੋਇਆ ਕੁਛ ਇੱਦਾਂ ਕਿ ਮੈਂ ਨਾ ਜਰਮਨੀ ਦੇ ਵਿੱਚ ਜਦੋਂ ਸਟੂਡੈਂਟ ਸਟੇਟਸ ਤੋਂ ਮੈਂ ਜੌਬ ਸਟੇਟਸ ਦੇ ਵਿੱਚ ਸ਼ਿਫਟ ਹੋਇਆ ਨਾ, ਤੇ ਮੈਂ ਬਿਜਲੀ ਲੈ ਰਿਹਾ ਸੀਗਾ ਸਟਾਡਵਰਕ ਤੋਂ। ਸਟਾਡਵਰਕ ਦੀ ਬਿਜਲੀ ਇਤਨੀ ਐਕਸਪੈਂਸਿਵ ਸੀਗੀ ਕਿ ਮੈਨੂੰ ਹਰ ਸਾਲ ਆਪਣੇ ਪੱਲਿਓਂ ਨਾ ਐਕਸਟਰਾ ਪੈਸੇ ਦੇਣੇ ਪੈਂਦੇ ਸੀਗੇ ਤੇ ਉਹ ਹਰ ਸਾਲ ਉਹਦਾ ਖਰਚਾ ਵੱਧਦਾ ਜਾਂਦਾ ਸੀਗਾ। ਮੈਨੂੰ ਐਟ ਦੀ ਐਂਡ ਨਾ 500 ਜਾਂ 600 ਯੂਰੋ ਪੱਲਿਓ ਦੇਣਾ ਪੈਂਦਾ ਸੀ ਬਿਜਲੀ ਤੇ ਗੈਸ ਦੀ ਮੱਦ ਵਿੱਚ। ਇੱਕ ਦਿਨ ਮੈਨੂੰ ਮੇਰਾ ਜਰਮਨ ਕੋਲੀਗ ਮਿਲਣ ਆਇਆ, ਜਦੋਂ ਸਾਡਾ ਗੱਪਸ਼ਪ ਦਾ ਸੈਸ਼ਨ ਚੱਲ ਰਿਹਾ ਸੀ ਨਾ, ਉਹਨੇ ਕਿਹਾ ਤੁਹਾਡਾ ਘਰ ਤੇ ਕਾਲਟ ਮੀਟਰ ਤੇ ਆ ਤੇ ਲੇਕਿਨ ਤੁਸੀਂ ਬਿਜਲੀ ਤੇ ਗੈਸ ਦਾ ਬਿੱਲ ਕਿੰਨਾ ਪੇ ਕਰਦੇ ਹੋ। ਮੈਂ ਉਹਨੂੰ ਦੱਸਿਆ ਕਿ ਬਿਜਲੀ ਦਾ ਗੈਸ ਦਾ ਬਿੱਲ ਦੀ ਇਹ ਸੂਰਤ ਹਾਲ ਆ ਕਿ ਸਾਨੂੰ ਹਰ ਸਾਲ ਆਪਣਾ ਪੱਲਿਓਂ ਪੈਸੇ ਦੇਣੇ ਪੈਂਦੇ ਆ ਤੇ ਕਿਸੇ ਸਾਲ ਸਾਨੂੰ 200 ਯੂਰੋ, ਕਿਸੇ ਸਾਲ 300 ਯੂਰੋ ਔਰ ਬਾਜ਼ ਔਕਾਤ ਤਾਂ ਜਿਹੜਾ ਨਾ ਕੋਈ 400 500 ਯੂਰੋ ਤੋਂ ਵੀ ਉੱਤੇ ਚਲਾ ਜਾਂਦਾ ਕੰਮ। ਉਹਨੇ ਕਿਹਾ ਤੁਸੀਂ ਬਿਜਲੀ ਕਿਹਦੇ ਕੋਲ ਲੈ ਰਹੇ? ਮੈਂ ਕਿਹਾ ਸਟਾਡਵਰਕ ਤੋਂ। ਉਹਨੇ ਕਿਹਾ ਸਟਾਡਵਰਕ ਸਭ ਤੋਂ ਐਕਸਪੈਂਸਿਵ ਆ ਫਿਲਹਾਲ। ਉਹਨੇ ਕਿਹਾ ਤੁਸੀਂ ਬਿਜਲੀ ਕਿਸੇ ਪ੍ਰਾਈਵੇਟ ਪ੍ਰੋਵਾਈਡਰ ਤੋਂ ਲਓ ਜਿਹੜਾ ਕਿ ਸਾਰੇ ਜਰਮਨ ਇਸੇ ਤਰੀਕੇ ਨਾਲ ਲੈਂਦੇ ਆ। ਮੈਂ ਜਦੋਂ ਉਹਦੇ ਕੋਲੋਂ ਡਿਟੇਲ ਪੁੱਛੀ ਨਾ, ਤੇ ਉਹਨੇ ਫਿਰ ਆਹ ਵਾਲੀ ਵੈਬਸਾਈਟ ਮੈਨੂੰ ਖੋਲ ਕੇ ਦਿਖਾਈ। ਉਹਨੇ ਕਿਹਾ ਇਸ ਵੈਬਸਾਈਟ ਦੇ ਉੱਤੇ ਜਾ ਕੇ ਅਗਰ ਤੁਸੀਂ ਬਿਜਲੀ ਦਾ ਕੋਈ ਟੈਰਿਫ ਲੈਣਾ ਵਾ, ਜਾਂ ਫਿਰ ਅਗਰ ਤੁਸੀਂ ਗੈਸ ਦਾ ਕੰਟਰੈਕਟ ਕਰਨਾ, ਜਾਂ ਫਿਰ ਟੈਲੀਫੋਨ ਦਾ, ਇੰਟਰਨੈਟ ਦਾ, ਜਾਂ ਫਿਰ ਆਪਣੀ ਗੱਡੀ ਦੀ ਇੰਸ਼ੋਰੈਂਸ ਦਾ, ਕੋਈ ਵੀ ਚੀਜ਼ ਜਿਹੜੀ ਨਾ ਤੁਹਾਨੂੰ ਚਾਹੀਦੀ ਹੈ, ਤੁਸੀਂ ਇਸ ਵੈਬਸਾਈਟ 'ਤੇ ਜਾਓ ਤੇ ਜਾ ਕੇ ਕੰਪੈਰੀਜ਼ਨ ਕਰ ਲਓ। ਉਹਨੇ ਕਿਹਾ ਵੈਸੇ ਤਾਂ ਚੈੱਕ 24 ਵੀ ਹੈਗੀ ਆ, ਲੇਕਿਨ ਮੋਸਟਲੀ ਲੋਕ ਅੱਜ ਕੱਲ੍ਹ ਇਸ ਵੈਬਸਾਈਟ ਨੂੰ ਯੂਜ਼ ਕਰ ਰਹੇ ਆ। ਉਹਨੇ ਫਿਰ ਮੈਨੂੰ ਖੋਲ ਕੇ ਦਿਖਾਈ। ਉਹਨੇ ਕਿਹਾ ਅਗਰ ਤੁਸੀਂ ਬਿਜਲੀ ਲੈਣੀ ਹੈ ਤਾਂ ਵੇਖੋ ਜੀ, ਸਟ੍ਰੋਮ ਤੇ ਸਿਲੈਕਟ ਕਰੋ। ਉਸ ਤੋਂ ਬਾਅਦ ਤੁਸੀਂ ਦੱਸੋ ਕਿ ਕਿੰਨੇ ਬੰਦੇ ਤੁਹਾਡੇ ਘਰ 'ਚ ਰਹਿ ਰਹੇ, ਤਾਂ ਆਟੋਮੈਟਿਕਲੀ ਬਣ ਕੇ ਆ ਜਾਊਗਾ ਕਿ ਕਿੰਨੇ ਯੂਨਿਟ ਤੁਹਾਨੂੰ ਜ਼ਰੂਰਤ ਆ ਸਾਲਾਨਾ। ਤੇ ਫਿਰ ਤੁਸੀਂ ਉਹ ਵਾਲਾ ਪੈਕੇਜ ਸਿਲੈਕਟ ਕਰ ਲਓ। ਜੇ ਫਰਜ਼ ਕਰੋ ਤੁਹਾਡੀ ਡਿਮਾਂਡ 2500 ਯੂਨਿਟ ਦੀ ਹੈ ਨਾ ਸਾਲ ਦੀ, ਤੇ ਤੁਸੀਂ ਕੋਸ਼ਿਸ਼ ਕਰੋ ਕਿ 3000 ਯੂਨਿਟ ਸਾਲ ਦੀ ਜਿਹੜੀ ਨਾ ਬਿਜਲੀ ਉਹ ਫਿਕਸ ਕਰ ਲਓ। ਉਹਦੇ ਨਾਲ ਹੋਊਗਾ ਇਹ ਕਿ ਜੇ ਅਗਰ 3000 ਯੂਨਿਟ ਦੇ ਵਿੱਚ ਤੁਸੀਂ ਸਿਰਫ 2000 ਯੂਨਿਟ ਇਸਤੇਮਾਲ ਕੀਤੇ, ਤੇ ਬਾਕੀ ਜਿਹੜਾ 1000 ਯੂਨਿਟ ਹੈ ਨਾ, ਉਹ ਤੁਹਾਡਾ ਵਾਪਸ ਆ ਜਾਊਗਾ। ਉਹ ਇਸ 1000 ਯੂਨਿਟ ਦੇ ਪੈਸੇ ਵਾਪਸ ਆ ਜਾਣਗੇ। ਇਸੇ ਤਰ੍ਹਾਂ ਤੁਸੀਂ ਗੈਸ ਦੀ ਸਿਲੈਕਸ਼ਨ ਕਰਨੀ ਹੈ ਕਿ ਜਿੰਨੇ ਤੁਹਾਨੂੰ ਯੂਨਿਟ ਗੈਸ ਦੇ ਚਾਹੀਦੇ ਵਾ, ਉਸ ਤੋਂ ਥੋੜ੍ਹਾ ਜਿਹਾ ਜ਼ਿਆਦਾ ਲਿਮਿਟ ਰੱਖ ਲਓ ਆਪਣੀ, ਤੇ ਉਹਦੇ ਨਾਲ ਇਹ ਹੋਊਗਾ ਕਿ ਜਿੰਨੇ ਤੁਹਾਡੇ ਇਸਤੇਮਾਲ ਹੋ ਜਾਣਗੇ ਉਹਦੇ ਤੁਸੀਂ ਪੈਸੇ ਪੇ ਕਰਦੇ ਰਹਿਣਾ, ਤੇ ਜਿਹੜੇ ਤੁਹਾਡੇ ਨਹੀਂ ਇਸਤੇਮਾਲ ਹੋਣਗੇ ਤੁਹਾਡੇ ਪੈਸੇ ਵਾਪਸ ਆ ਜਾਣਗੇ। ਉਸ ਤੋਂ ਬਾਅਦ ਜੇ ਤੁਸੀਂ ਵੈਬਸਾਈਟ ਖੋਲੋਗੇ, ਇਹਦੇ 'ਤੇ ਤੁਸੀਂ ਜਾ ਕੇ ਆਪਣੀ ਡਿਮਾਂਡ ਲਿਖੋਗੇ, ਕਿੰਨਾ ਸਾਡੇ ਘਰ ਦਾ ਸਾਈਜ਼ ਵਾ, ਅਗਰ ਤੁਸੀਂ ਗੈਸ ਦਾ ਬਿੱਲ ਲੈ ਰਹੇ ਆ, ਅਗਰ ਬਿਜਲੀ ਦਾ ਲੈ ਰਹੇ ਆ, ਕਿੰਨੇ ਬੰਦੇ ਸਾਡੇ ਘਰ ਵਿੱਚ ਰਹਿੰਦੇ ਜਿਹੜੇ ਬਿਜਲੀ ਇਸਤੇਮਾਲ ਕਰਦੇ ਆ। ਉਸ ਹਿਸਾਬ ਨਾਲ ਤੁਸੀਂ ਆਪਣਾ ਜਦੋਂ ਬਿੱਲ ਦੀ ਸਿਲੈਕਸ਼ਨ ਕਰੋਗੇ ਤੇ ਤੁਹਾਡਾ ਜਿਹੜਾ ਨਾ ਮਹੀਨੇ ਦਾ ਬਿੱਲ ਬਣ ਕੇ ਆ ਜਾਊਗਾ, ਤੇ ਤੁਹਾਡਾ ਇਹੀ ਕੋਈ 90 ਯੂਰੋ ਨਿਕਲੂਗਾ। 100 ਯੂਰੋ ਤੋਂ ਆਸ-ਪਾਸ ਹੀ ਤੁਹਾਡਾ ਬਿੱਲ ਹੋਊਗਾ। ਇਸੇ ਤਰ੍ਹਾਂ ਹੀ ਗੈਸ ਦਾ ਤੁਹਾਡਾ ਹੋਊਗਾ 70 ਯੂਰੋ ਤੋਂ ਲੈ ਕੇ 100 ਯੂਰੋ ਦੇ ਦਰਮਿਆਨ। ਉਹਨੇ ਕਿਹਾ ਸਭ ਤੋਂ ਵੱਡੀ ਗੱਲ ਇਹ ਵਾ ਕਿ ਤੁਹਾਨੂੰ ਇਹਦੇ 'ਚ ਐਕਟਿਵ ਹੋ ਕੇ ਰਹਿਣਾ ਪਊਗਾ, ਕਿਉਂਕਿ ਕੰਟਰੈਕਟ ਮਿਲਦਾ 1 ਸਾਲ ਦਾ। 1 ਸਾਲ ਤੋਂ ਬਾਅਦ ਤੁਹਾਨੂੰ ਕੰਟਰੈਕਟ ਜਾਂ ਤਾਂ ਰੀਨਿਊ ਕਰਵਾਉਣਾ ਪੈਂਦਾ ਵਾ ਉਸੇ ਕੰਪਨੀ ਦੇ ਨਾਲ, ਜਾਂ ਫਿਰ ਤੁਹਾਨੂੰ ਕੰਟਰੈਕਟ ਕੈਂਸਲ ਕਰਕੇ ਨਵਾਂ ਕੰਟਰੈਕਟ ਕਰਨਾ ਪੈਂਦਾ ਵਾ। ਤੇ 1 ਮਹੀਨਾ ਪਹਿਲੇ ਤੁਸੀਂ ਕੰਪਨੀ ਨਾਲ ਰਾਬਤਾ ਕਰਨਾ, ਉਹਨਾਂ ਨੂੰ ਤੁਸੀਂ ਦੱਸਣਾ ਵਾ ਕਿ ਅਸੀਂ ਕੰਟਰੈਕਟ ਰੱਖਣਾ ਵਾ ਜਾਂ ਅਸੀਂ ਕਿਸੇ ਹੋਰ ਕੰਪਨੀ ਕੋਲ ਲੈਣਾ। ਤੇ ਇੰਨਾ ਹੀ ਡਿਫਰੈਂਸ ਵਾ, ਥੋੜ੍ਹਾ ਜਿਹਾ ਤੁਹਾਨੂੰ ਐਕਟਿਵ ਹੋਣਾ ਪੈਣਾ, ਤੇ ਤੁਹਾਡੀ ਬਿਜਲੀ ਦਾ ਬਿੱਲ 1000 ਯੂਰੋ ਤੋਂ ਲੈ ਕੇ 2000 ਯੂਰੋ ਤੱਕ ਤੁਹਾਡੀ ਸਾਲਾਨਾ ਬਚਤ ਹੋ ਜੂਗੀ। ਲਿਹਾਜ਼ਾ ਮੇਰੇ ਸਾਰੇ ਦੇਸੀ ਭੈਣ ਭਰਾ ਜਿਹੜੇ ਆਲਰੇਡੀ ਸਾਰੇ ਆਪਣੇ ਪੱਲਿਓਂ ਪੈਸਾ ਪੇ ਕਰਕੇ ਆਪਣੀ ਬਿਜਲੀ ਦੇ ਬਿੱਲ ਅਦਾ ਕਰਦੇ ਆ ਸਾਲ ਦੇ ਐਂਡ ਤੇ, ਉਹਨਾਂ ਵਾਸਤੇ ਇਹੋ ਹੀ ਮਸ਼ਵਰਾ ਵਾ ਕਿ ਤੁਸੀਂ ਵੀ ਇਸ ਸਹੂਲਤ ਨੂੰ ਯੂਜ਼ ਕਰੋ ਔਰ ਇਹਦਾ ਫਾਇਦਾ ਉਠਾਓ। ਆਪਣਾ ਤੇ ਆਪਣੇ ਪਿਆਰਿਆਂ ਦਾ ਬਹੁਤ ਸਾਰਾ ਖਿਆਲ ਰੱਖੋ, ਤੇ ਮੈਨੂੰ ਤੁਸੀਂ ਆਪਣੀਆਂ ਦੁਆਵਾਂ ਦੇ ਵਿੱਚ ਯਾਦ ਰੱਖਿਓ।